Dear students, today our topic is substations. Substations ਜਿਹੜੇ ਆ ਉਹ ਆਪਾਂ ਅੱਜ ਡਿਸਕਸ ਕਰਾਂਗੇ। ਉਹਦੇ ਵਿੱਚ ਆਪਾਂ ਕਰਾਂਗੇ ਫੰਕਸ਼ਨ ਆਫ ਸਬਸਟੇਸ਼ਨਸ ਅਤੇ ਕਲਾਸੀਫਿਕੇਸ਼ਨ ਆਫ ਸਬਸਟੇਸ਼ਨ। ਇਹ ਸਬਸਟੇਸ਼ਨ ਦੇ ਕੀ ਫੰਕਸ਼ਨਸ ਨੇ, ਕਿਉਂ ਆਪਾਂ ਸਬਸਟੇਸ਼ਨ ਲਗਾਉਂਦੇ ਹਾਂ ਅਤੇ ਉਹਨਾਂ ਦੀਆਂ ਕਲਾਸੀਫਿਕੇਸ਼ਨਸ ਕੀ ਹੈਗੀਆਂ। ਅੱਜ ਦਾ ਇਹ ਆਪਣਾ ਟੌਪਿਕ ਹੈ। ਫੰਕਸ਼ਨਸ ਆਫ ਸਬਸਟੇਸ਼ਨਸ the main task associated with major substation and transmission and distribution system include following ਕੀ ਮਤਲਬ ਆਪਾਂ ਇਹਦੇ ਵਿੱਚ ਫੰਕਸ਼ਨਸ ਹੁੰਦੇ ਆਪਾਂ ਦੇਖਦੇ ਹਾਂ। ਕਹਿੰਦਾ ਪ੍ਰੋਟੈਕਸ਼ਨ ਆਫ ਟਰਾਂਸਮਿਸ਼ਨ ਲਾਈਨ, ਜਿਹੜੀ ਆਪਣੀ ਟਰਾਂਸਮਿਸ਼ਨ ਲਾਈਨ ਆਉਂਦੀ ਉਹਦੀ ਪ੍ਰੋਟੈਕਸ਼ਨ ਮੀਨਜ਼ ਉਹਦੇ ਸਵਿਚ ਗੇਅਰਸ ਵਗੈਰਾ ਜੋ ਆ ਆਪਾਂ ਪ੍ਰੋਟੈਕਸ਼ਨ ਸਕੀਮ ਜੋ ਵੀ ਯੂਜ਼ ਕਰਦੇ ਹਾਂ ਉਹ ਸਬਸਟੇਸ਼ਨਸ 'ਤੇ ਲਗਾਈਆਂ ਜਾਂਦੀਆਂ। ਕੰਟਰੋਲ ਦਾ ਐਕਸਚੇਂਜ ਆਫ ਐਨਰਜੀ, ਜੋ ਆਪਾਂ ਐਨਰਜੀ ਐਕਸਚੇਂਜ ਕਰਨੀ ਆ, ਪਾਵਰ ਇਨਪੁੱਟ ਪਾਵਰ ਆਊਟਪੁੱਟ ਜੋ ਦੇਣੀ ਆ ਉਹ ਉੱਥੇ ਕੰਟਰੋਲ ਕੀਤੀ ਜਾਂਦੀ ਆ। ਇੰਸ਼ੋਰ ਸਟੇਡੀ ਸਟੇਟ ਐਂਡ ਟ੍ਰਾਂਜੈਂਟ ਸਟੇਬਿਲਿਟੀ, ਮਤਲਬ ਉਸ ਪੂਰੇ ਸਿਸਟਮ ਦੀ ਸਟੇਬਿਲਿਟੀ ਬਣਾਉਣ ਲਈ ਆਪਾਂ ਨੂੰ ਅਗਰ ਕੋਈ ਚੇਂਜਿਸ ਕਰਨੀਆਂ ਪੈਂਦੀਆਂ ਜਾਂ ਜੋ ਕੁਛ ਕਰਨਾ ਪੈਂਦਾ ਹੈਗਾ ਉਹਦੇ ਲਈ ਮਤਲਬ ਮਾਡਰਨਾਈਜੇਸ਼ਨ ਕਰਨੀ ਆ ਜਾਂ ਉਹਨੂੰ ਸਟੈਡੀ ਬਣਾਉਣ ਲਈ ਸਪਲਾਈ ਨੂੰ, ਤਾਂ ਉਹ ਸਾਰਾ ਕੁਛ ਆਪਾਂ ਸਬਸਟੇਸ਼ਨ 'ਤੇ ਹੀ ਕਰਦੇ ਹੈਗੇ ਹਾਂ। ਲੋਡ ਸ਼ੈਡਿੰਗ ਐਂਡ ਪ੍ਰੀਵੈਂਸ਼ਨ ਆਫ ਲਾਸ ਸਿੰਕੋਨਾਈਜ਼ਮ ਮੇਨਟੇਨਿੰਗ ਦਾ ਸਿਸਟਮ ਫ੍ਰੀਕੁਐਂਸੀ ਵਿਦਨ ਦਾ ਟਾਰਗੇਟ ਲਿਮਿਟਸ, ਮਤਲਬ ਆਪਾਂ ਫ੍ਰੀਕੁਐਂਸੀ ਕੰਟਰੋਲ ਕਰਦੇ ਹਾਂ, ਸਿੰਕੋਨਿਜ਼ਮ ਕੰਟਰੋਲ ਕਰਦੇ ਹਾਂ। ਤਾਂ ਹੋਰ ਅਗਰ ਕੋਈ ਆਪਣੀ ਲੋਡ ਸ਼ੈਡਿੰਗ ਹੋ ਜਾਂਦੀ ਹੈ ਤਾਂ ਫਿਰ ਸਿੰਕੋਨੋ ਆਪਣੀ ਜਿਹੜੀ ਮਸ਼ੀਨਸ ਨੇ ਜੋ ਸਬ ਸਟੇਸ਼ਨ 'ਤੇ ਲੱਗੀਆਂ, ਪਾਵਰ ਜਨਰੇਟਿੰਗ ਸਟੇਸ਼ਨ 'ਤੇ ਲੱਗਿਆ ਜਾਂ ਟਰਾਂਸਫਾਰਮਰ ਲੱਗਿਆ, ਉਹਨੂੰ ਸਿੰਕੋਨਾਈਜ਼ ਕਰਕੇ ਰੱਖਣਾ, ਉਹਦਾ ਲਾਸ ਨਾ ਹੋ ਜਾਵੇ। ਆਪਾਂ ਉਹਦੇ ਲਈ ਸਬ ਸਟੇਸ਼ਨ ਜਿਹੜੇ ਯੂਜ਼ ਕਰਦੇ ਹਾਂ। ਵੋਲਟੇਜ ਕੰਟਰੋਲ ਕਰਦੇ ਹਾਂ, ਰਿਡਿਊਸਿੰਗ ਰਿਐਕਟਿਵ ਪਾਵਰ ਫਲੋ ਬਾਏ ਕੰਪਨਸੇਸ਼ਨ ਆਫ ਰਿਐਕਟਿਵ ਪਾਵਰ ਟੈਪ ਚੇਂਜਿੰਗ, ਮਤਲਬ ਜੇਕਰ ਵੋਲਟੇਜ ਘਟਦੀ ਵੱਧਦੀ ਆ ਜਾਂ ਘਟਦੀ ਆ ਤਾਂ ਆਪਾਂ ਉੱਥੇ ਟੈਪ ਚੇਂਜਿੰਗ ਕਰਕੇ ਉਹ ਵੋਲਟੇਜ ਜਿਹੜੀ ਆ ਉਹ ਸੈੱਟ ਕਰ ਦਿੰਦੇ ਹਾਂ ਟਰਾਂਸਫਾਰਮਰ ਲਗਾ ਕੇ। ਇਹ ਸਾਰਾ ਕੁਛ ਜਿਹੜਾ ਆਪਾਂ ਸਬ ਸਟੇਸ਼ਨ ਦੇ ਉੱਤੇ ਕਰਦੇ ਹਾਂ। ਇਹਦੇ ਫੰਕਸ਼ਨਸ ਹੁੰਦੇ ਆ। ਸਿਕਿਉਰਿੰਗ ਦਾ ਸਪਲਾਈ ਬਾਏ ਪ੍ਰੋਵਾਈਡਿੰਗ ਐਡੂਕੇਟ ਲਾਈਨ ਕਪੈਸਿਟੀ, ਮਤਲਬ ਪ੍ਰੋਪਰ ਲਾਈਨ ਕਪੈਸਿਟੀ ਬਣਾ ਕੇ ਆਪਾਂ ਉਹਦੀ ਸਪਲਾਈ ਨੂੰ ਮੇਨਟੇਨ ਕਰਕੇ ਰੱਖਦੇ ਹਾਂ। ਡਾਟਾ ਟਰਾਂਸਮਿਸ਼ਨ, ਮਤਲਬ ਕੋਈ ਜੋ ਆਪਾਂ ਇਲੈਕਟ੍ਰੋਨਿਕ ਸਿਸਟਮ ਅੱਜ ਕੱਲ੍ਹ ਤਾਂ ਚੱਲ ਪਏ ਨੇ, ਮੋਬਾਈਲਸ ਚੱਲ ਪਏ ਨੇ, ਬਟ ਪਹਿਲਾਂ ਜਿਹੜੇ ਆ ਡਾਟਾ ਟਰਾਂਸਮਿਸ਼ਨ ਕੀਤੀ ਜਾਂਦੀ ਸੀ ਉਹ ਪਾਵਰ ਲਾਈਨ ਕੈਰੀਅਰ ਦੇ ਨਾਲ, ਉਹ ਆਪਾਂ ਸਬ ਸਟੇਸ਼ਨ ਦੇ ਉੱਤੇ ਕੰਟਰੋਲ ਕਰਦੇ ਹੈਗੇ ਉਹਦਾ। ਫਾਲਟ ਐਨਾਲਿਸਿਸ ਐਂਡ ਪਿਨ ਪੁਆਇੰਟਿੰਗ ਦਾ ਕਾਜ਼ ਐਂਡ ਸਬਸੀਕੁਐਂਟ ਇੰਪਰੂਵਮੈਂਟ ਇਨ ਦਾ ਏਰੀਆ ਆਫ ਫੀਲਡ, ਮਤਲਬ ਜੋ ਫਾਲਟ ਡਿਕਲੇਅਰ ਹੁੰਦਾ ਹੈਗਾ ਜਾਂ ਫਾਲਟ ਪੈਂਦਾ ਉਹ ਸਾਰਾ ਸਬ ਸਟੇਸ਼ਨ ਤੋਂ ਕੰਟਰੋਲ ਕਰਕੇ ਫਿਰ ਆਪਾਂ ਉਹ ਫਾਲਟ ਜਿਹੜਾ ਰਿਮੂਵ ਕਰਦੇ ਹਾਂ, ਫਿਰ ਸਬ ਸਟੇਸ਼ਨ ਆਣ ਕੇ ਸਪਲਾਈ ਨੂੰ ਔਨ ਕਰਦੇ ਹਾਂ। ਇਸ ਤਰ੍ਹਾਂ ਆਪਾਂ ਪਾਰਟੀਕੂਲਰ ਉਸ ਏਰੀਏ ਦੀ ਸਪਲਾਈ ਨੂੰ ਮੇਨਟੇਨ ਰੱਖ ਸਕਦੇ ਹੈਗੇ ਹਾਂ। ਫਾਲਟ ਐਨਾਲਿਸਿਸ, ਅੱਛਾ ਉਸ ਡਿਟਰਮਿੰਗ ਦਾ ਐਨਰਜੀ ਟਰਾਂਸਫਰ ਥਰੂ ਟਰਾਂਸਮਿਸ਼ਨ ਲਾਈਨ, ਜੋ ਟਰਾਂਸਮਿਸ਼ਨ ਲਾਈਨ ਦੇ ਥਰੂ ਐਨਰਜੀ ਟਰਾਂਸਫਰ ਹੁੰਦੀ ਹੈਗੀ ਉਹਨੂੰ ਆਪਾਂ ਉਹਦੀ ਪ੍ਰੋਪਰ ਉਹਦੀ ਵੈਲਿਊ ਫਾਈਂਡ ਆਊਟ ਕਰਕੇ ਕਿੰਨੀ ਐਨਰਜੀ ਟਰਾਂਸਫਰ ਕਰਨੀ ਹੈ ਕਿੰਨੀ ਨਹੀਂ ਕਰਨੀ ਹੈ ਉਹ ਸਾਰਾ ਸਬ ਸਟੇਸ਼ਨ 'ਤੇ ਕੀਤਾ ਜਾਂਦਾ ਹੈਗਾ। ਰਿਲਾਇਬਲ ਸਪਲਾਈ ਬਾਏ ਫੀਡਿੰਗ ਦਾ ਨੈਟਵਰਕ ਐਟ ਵੇਰੀਅਸ ਪੁਆਇੰਟਸ, ਮਤਲਬ ਸਪਲਾਈ ਨੂੰ ਰਿਲਾਇਬਲ ਬਣਾਉਣ ਲਈ ਅਸੀਂ ਸਬ ਸਟੇਸ਼ਨ ਨੂੰ ਇੱਕ ਦੂਜੇ ਨਾਲ ਕਨੈਕਟ ਕਰ ਦਿੰਦੇ ਹਾਂ। ਅਗਰ ਇੱਕ ਸਬ ਸਟੇਸ਼ਨ ਤੋਂ ਸਪਲਾਈ ਨਹੀਂ ਆਉਂਦੀ ਤਾਂ ਆਪਾਂ ਦੂਜੇ ਸਬ ਸਟੇਸ਼ਨ ਤੋਂ ਸਪਲਾਈ ਜਿਹੜੀ ਆ ਉਹ ਲੈ ਕੇ ਆਪਣੇ ਸਿਸਟਮ ਨੂੰ ਰਿਲਾਇਬਲ ਬਣਾ ਸਕਦੇ ਹੈਗੇ ਹਾਂ। ਕਹਿੰਦੇ ਐਸਟੈਬਲਿਸ਼ਮੈਂਟ ਆਫ ਇਕਨੋਮਿਕ ਲੋਡ ਡਿਸਟਰੀਬਿਊਸ਼ਨ ਐਂਡ ਸੈਵਰਲ ਐਸੋਸੀਏਟਡ ਫੰਕਸ਼ਨ, ਮਤਲਬ ਲੋਡ ਨੂੰ ਇਕੋਨੋਮਿਕ ਬਣਾਉਣ ਲਈ, ਸਪਲਾਈ ਨੂੰ ਇਕੋਨੋਮਿਕ ਬਣਾਉਣ ਲਈ ਆਪਾਂ ਲੋਡ ਡਿਸਟਰੀਬਿਊਸ਼ਨ ਕਰਦੇ ਹਾਂ। ਉਹ ਸਾਰੀ ਲੋਡ ਡਿਸਟਰੀਬਿਊਸ਼ਨ ਜਿਹੜੀ ਹੁੰਦੀ ਹੈ ਵੀ ਕਿਸ ਏਰੀਏ ਕਿੰਨੀ ਸਪਲਾਈ ਦੇਣੀ ਹੈ, ਕਿਸ ਏਰੀਏ ਕਦੋਂ ਕੱਟ ਲਗਾਉਣਾ, ਸਾਰਾ ਕੁਛ ਜਿਹੜਾ ਉਹ ਸਬ ਸਟੇਸ਼ਨ 'ਤੇ ਆਉਂਦਾ। ਮਤਲਬ ਕਹਿ ਸਕਦੇ ਕਿ ਸਬ ਸਟੇਸ਼ਨ ਜਿਹੜਾ ਮੇਨ ਪਾਰਟ ਆਫ ਪਾਵਰ ਸਿਸਟਮ ਆ। ਦੋ ਹੀ ਮੇਨ ਪਾਰਟ ਨੇ, ਇੱਕ ਕਹਿ ਲਓ ਜਨਰੇਟਿੰਗ ਸਟੇਸ਼ਨ, ਇੱਕ ਸਬ ਸਟੇਸ਼ਨ। ਜਨਰੇਟਿੰਗ ਸਟੇਸ਼ਨ ਆਪਾਂ ਐਨਰਜੀ ਜਨਰੇਟ ਕਰਦੇ ਹਾਂ ਅਤੇ ਸਬ ਸਟੇਸ਼ਨ 'ਤੇ ਮੇਨ ਆ ਟਰਾਂਸਫਾਰਮੇਸ਼ਨ ਕਰਦੇ ਹਾਂ, ਕੰਟਰੋਲਿੰਗ ਕਰਦੇ ਹਾਂ, ਫ੍ਰੀਕੁਐਂਸੀ ਕੰਟਰੋਲ ਕਰਦੇ ਹਾਂ ਅਤੇ ਵੋਲਟੇਜ ਜਿਹੜੀ ਆ ਉਹ ਕੰਟਰੋਲ ਕਰਦੇ ਆ। ਇਹ ਸਾਰੇ ਫੰਕਸ਼ਨ ਜਿਹੜੇ ਆ ਇੱਕ ਸਬ ਸਟੇਸ਼ਨ 'ਤੇ ਕੀਤੇ ਜਾ ਸਕਦੇ, ਲਾਈਨ ਦੇ ਵਿੱਚ ਨਹੀਂ ਕੀਤੇ ਜਾਂਦੇ। ਲਾਈਨ ਤਾਂ ਸਿਰਫ ਐਨਰਜੀ ਟਰਾਂਸਫਰ ਕਰਨ ਲਈ ਯੂਜ਼ ਕੀਤੀ ਜਾਂਦੀ ਆ, ਜੋ ਉਹਦੀ ਬਾਕੀ ਕੰਟਰੋਲਿੰਗ ਆ ਜੋ ਸਾਰੀ ਉਹ ਸਬ ਸਟੇਸ਼ਨ ਤੋਂ ਕੀਤੀ ਜਾਂਦੀ। ਇਸ ਤਰ੍ਹਾਂ ਇਹਦੇ ਫੰਕਸ਼ਨਸ ਹੁੰਦੇ ਹੈਗੇ ਆ। ਕਲਾਸੀਫਿਕੇਸ਼ਨ ਆਫ ਸਬ ਸਟੇਸ਼ਨ, ਸਬ ਸਟੇਸ਼ਨ ਨੂੰ ਆਪਾਂ ਕਿੱਦਾਂ ਕਲਾਸੀਫਾਈ ਕਰ ਸਕਦੇ ਹਾਂ। ਦੇਖੋ ਤਿੰਨ ਤਰ੍ਹਾਂ ਕਲਾਸੀਫਾਈ ਕਰਦੇ ਹਾਂ। ਕਹਿੰਦਾ ਪਹਿਲਾ ਹੈ ਕਲਾਸੀਫਿਕੇਸ਼ਨ ਬੇਸਡ ਔਨ ਵੋਲਟੇਜ ਲੈਵਲ, ਮਤਲਬ ਵੋਲਟੇਜ ਲੈਵਲ ਦੇ ਹਿਸਾਬ ਨਾਲ ਆਪਾਂ ਸਬ ਸਟੇਸ਼ਨ ਨੂੰ ਮਤਲਬ ਕਲਾਸੀਫਾਈ ਕਰ ਸਕਦੇ ਹਾਂ ਵੀ ਇਹ ਕਿਹੜਾ ਸਬ ਸਟੇਸ਼ਨ ਹੈ। ਜਿੱਦਾਂ ਕਿ ਕਹਿੰਦਾ ਏਸੀ ਸਬ ਸਟੇਸ਼ਨ ਨੂੰ ਕਿੱਦਾਂ ਕਲਾਸੀਫਾਈ ਕਰ ਸਕਦੇ ਹਾਂ। ਕਹਿੰਦਾ ਐਕਸਟਰਾ ਹਾਈ ਵੋਲਟੇਜ ਵਾਲਾ ਸਬ ਸਟੇਸ਼ਨ ਹੋ ਸਕਦਾ, ਹਾਈ ਵੋਲਟੇਜ ਸਬ ਸਟੇਸ਼ਨ ਹੋ ਸਕਦਾ, ਮੀਡੀਅਮ ਵੋਲਟੇਜ ਹੋ ਸਕਦਾ, ਲੋ ਵੋਲਟੇਜ ਸਬ ਸਟੇਸ਼ਨ ਹੋ ਸਕਦਾ ਅਤੇ ਐਕਸਟਰਾ ਹਾਈ ਵੋਲਟੇਜ DC ਸਬ ਸਟੇਸ਼ਨ, ਐਕਸਟਰਾ ਨਹੀਂ ਹਾਈ ਵੋਲਟੇਜ DC ਸਬ ਸਟੇਸ਼ਨ। ਇਸ ਤਰ੍ਹਾਂ ਇਹ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਔਨ ਦਾ ਬੇਸਿਸ ਆਫ ਵੋਲਟੇਜ ਲੈਵਲ। ਕਲਾਸੀਫਿਕੇਸ਼ਨ ਬੇਸਡ ਔਨ ਆਊਟਡੋਰ ਇਨਡੋਰ, ਦੋ ਤਰ੍ਹਾਂ ਦੇ ਸਬ ਸਟੇਸ਼ਨ ਹੁੰਦੇ, ਇੱਕ ਆਊਟਡੋਰ ਸਬ ਸਟੇਸ਼ਨ ਹੁੰਦਾ, ਇੱਕ ਇਨਡੋਰ। ਕਹਿੰਦਾ ਆਊਟਡੋਰ ਸਬ ਸਟੇਸ਼ਨ ਅੰਡਰ ਓਪਨ ਸਕਾਈ, ਜਿਹੜੇ ਆਊਟਡੋਰ ਸਬ ਸਟੇਸ਼ਨ ਬਾਹਰ ਜਿੱਦਾਂ ਤੁਸੀਂ ਦੇਖੇ ਵੱਡੇ ਵੱਡੇ ਯਾਰਡ ਦੇ ਵਿੱਚ ਸਬ ਸਟੇਸ਼ਨ ਬਣੇ ਹੋਏ ਆ। ਅਤੇ ਇੰਡੋਰ ਸਬ ਸਟੇਸ਼ਨ ਇਜ਼ ਇਨਸਾਈਡ ਦਾ ਏ ਬਿਲਡਿੰਗ, ਇੰਡੋਰ ਸਬ ਸਟੇਸ਼ਨ ਕਿਸੇ ਬਿਲਡਿੰਗ ਦੇ ਅੰਦਰਲੇ ਪਾਸੇ ਆਪਾਂ ਟਰਾਂਸਫਾਰਮਰ ਰੱਖ ਕੇ ਉਹਦਾ ਕੰਟਰੋਲ ਕਰੀਏ ਸਾਰਾ ਕੁਛ, ਤਾਂ ਉਹਨੂੰ ਆਪਾਂ ਇੰਡੋਰ ਸਬ ਸਟੇਸ਼ਨ ਕਹਿੰਦੇ ਹਾਂ। ਕਲਾਸੀਫਿਕੇਸ਼ਨ ਬੇਸਡ ਔਨ ਕਨਫੀਗਰੇਸ਼ਨ, ਕਨਫੀਗਰੇਸ਼ਨ ਡਿਪੈਂਡਸ ਮਦਦ ਕਰਦੀ ਹੈ ਕਿ ਸਰਕਟ ਬ੍ਰੇਕਰਸ ਆਪਾਂ ਕਿਹੋ ਜਿਹੇ ਯੂਜ਼ ਕਰਦੇ ਹਾਂ
ਕਨਵੈਨਸ਼ਨਲ ਏਅਰ ਇੰਸੂਲੇਟਡ ਆਊਟਡੋਰ ਸਬਸਟੇਸ਼ਨ ਹੋ ਸਕਦੇ ਆ, ਔਰ SF6 ਸਲਫਰ ਫਲੋਰਾਈਡ ਗੈਸ ਜਿਹੜੀ ਆਪਾਂ ਉਹ ਯੂਜ਼ ਕਰਦੇ ਆ ਇੰਸੂਲੇਟਿੰਗ ਪਰਪਜ਼ ਲਈ, ਤਾਂ ਬਣ ਜਾਂਦੇ ਆ SF6 ਗੈਸ ਇੰਸੂਲੇਟਡ ਸਬਸਟੇਸ਼ਨਸ। ਉੱਤੋਂ ਬਾਅਦ ਕਹਿੰਦਾ ਕੰਪੋਜ਼ਿਟ ਸਬਸਟੇਸ਼ਨ ਹੈਵਿੰਗ ਕੰਬੀਨੇਸ਼ਨ ਆਫ ਦਾ ਅਬਵ ਟੂ। ਹੁਣ ਦੋਨਾਂ ਦਾ ਉੱਪਰਲਾ ਦਾ ਕਿਹੜੇ ਜਿਹੜੇ ਏਅਰ ਇੰਸੂਲੇਟਡ ਤੇ ਗੈਸ ਇੰਸੂਲੇਟਡ ਸਰਕਟ ਜਿਹੜੇ ਆ ਸਰਕਟ ਬ੍ਰੇਕਰਸ ਆ, ਇਹਨਾਂ ਦੋਨਾਂ ਦਾ ਕੰਬੀਨੇਸ਼ਨ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਇਸ ਤਰ੍ਹਾਂ ਜਿਹੜੇ ਆ ਸਬਸਟੇਸ਼ਨ ਆ ਉਹਨਾਂ ਨੂੰ 3 ਤਰ੍ਹਾਂ ਆਪਾਂ ਕਲਾਸੀਫਾਈ ਕਰ ਸਕਦੇ। ਹੁਣ ਸਬਸਟੇਸ਼ਨ ਅੱਗੇ ਕਹਿੰਦਾ ਸਬਸਟੇਸ਼ਨਸ ਆਰ ਕੈਨ ਬੀ ਕਲਾਸੀਫਾਈਡ ਇਨ ਸੈਵਰਲ ਵੇਜ਼ ਇੰਕਲੂਡਿੰਗ ਦਾ ਫੋਲੋਇੰਗ। ਕਿਸ ਤਰ੍ਹਾਂ? ਪਹਿਲਾਂ ਕਹਿੰਦਾ ਸਟੈਪ ਅਪ ਸਬਸਟੇਸ਼ਨ ਹੋ ਸਕਦੇ ਆ ਜਿਹੜੇ ਕਿ ਸਿਰਫ ਕਹਿੰਦਾ ਜਨਰੇਟਿੰਗ ਸਟੇਸ਼ਨ ਦੇ ਐਸੋਸੀਏਟ ਕਰਦੇ ਹੈਗੇ ਆ, ਮਤਲਬ ਉੱਥੇ ਹੀ ਲੱਗੇ ਹੁੰਦੇ ਆ ਜਿੱਥੇ ਕਿ ਆਪਾਂ ਇਲੈਕਟ੍ਰਿਸਿਟੀ ਜਨਰੇਟ ਕਰਦੇ ਹਾਂ 11 kV ਤੇ ਉਸ ਤੋਂ ਬਾਅਦ ਉਹਨੂੰ ਸਟੈਪ ਅਪ ਕਰ ਲੈਂਦੇ ਆ। ਉਹਦੇ ਸਬਸਟੇਸ਼ਨ ਹੁੰਦੇ ਉਹਨਾਂ ਨੂੰ ਆਪਾਂ ਸਟੈਪ ਅਪ ਸਬਸਟੇਸ਼ਨ ਕਹਿੰਦੇ ਆ। ਫਿਰ ਪ੍ਰਾਇਮਰੀ ਗ੍ਰਿਡ ਸਬਸਟੇਸ਼ਨ ਕ੍ਰੀਏਟਡ ਐਟ ਸੂਟੇਬਲ ਲੋਡ ਸੈਂਟਰ ਲੌਂਗ ਪ੍ਰਾਇਮਰੀ ਟਰਾਂਸਮਿਸ਼ਨ ਪ੍ਰਾਇਮਰੀ ਟਰਾਂਸਮਿਸ਼ਨ ਲਾਈਨ ਲਈ ਜਿਹੜਾ ਆਪਾਂ ਸਬਸਟੇਸ਼ਨ ਯੂਜ਼ ਕਰਦੇ ਹਾਂ ਉਹਨੂੰ ਪ੍ਰਾਇਮਰੀ ਗ੍ਰਿਡ ਸਬਸਟੇਸ਼ਨ ਕਹਿੰਦੇ ਆ। ਉਸ ਤੋਂ ਬਾਅਦ ਜਿਹੜੀ ਸੈਕੰਡਰੀ ਟਰਾਂਸਮਿਸ਼ਨ ਲਾਈਨ ਲਈ ਯੂਜ਼ ਕਰਦੇ ਹਾਂ ਜਿੱਥੇ ਆਪਾਂ ਵੋਲਟੇਜ ਫੇਰ ਸਟੈਪ ਡਾਊਨ ਕਰਦੇ ਹਾਂ ਹੋਰ ਫਰਦਰ, ਤਾਂ ਉਹਨੂੰ ਆਪਾਂ ਸੈਕੰਡਰੀ ਸਬਸਟੇਸ਼ਨ ਕਹਿੰਦੇ ਹੈਗੇ ਆ। ਫਿਰ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਇਹਦੇ ਵਿੱਚ ਆਉਂਦਾ ਕ੍ਰੀਏਟਡ ਵਿਦ ਟਰਾਂਸਮਿਸ਼ਨ ਲਾਈਨ ਵੋਲਟੇਜ ਇਜ਼ ਸਟੈਪ ਡਾਊਨ ਟੂ ਸਪਲਾਈ ਵੋਲਟੇਜ। ਹੁਣ ਉਹ ਸਬਸਟੇਸ਼ਨ ਜਿੱਥੇ ਆਪਾਂ ਉਹਨੂੰ ਸਪਲਾਈ ਵੋਲਟੇਜ ਨੂੰ ਕੰਜ਼ਿਊਮਰ ਲਈ ਯੂਜ਼ ਕਰਨਾ ਹੈਗਾ, ਉੱਥੇ ਜਿਹੜੇ ਆਪਾਂ ਸਬਸਟੇਸ਼ਨ ਯੂਜ਼ ਕਰਦੇ ਹਾਂ ਉਹਨੂੰ ਆਪਾਂ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਕਹਿੰਦੇ ਹਾਂ। ਫਿਰ ਕਹਿੰਦਾ ਬਲਕ ਸਪਲਾਈ ਐਂਡ ਇੰਡਸਟਰੀਅਲ ਸਬਸਟੇਸ਼ਨ। ਹੁਣ ਜਦੋਂ ਬਲਕ ਸਪਲਾਈ ਜਾਂ ਇੰਡਸਟਰੀ ਲਈ ਆਪਣਾ ਸਪਲਾਈ ਦੇਣੀ ਹੈਗੀ ਹੈ ਤਾਂ ਫਿਰ ਇੰਡੀਵਿਜੂਅਲ ਸਬਸਟੇਸ਼ਨ ਜਿਹੜੇ ਯੂਜ਼ ਕੀਤੇ ਜਾਂਦੇ ਇਕੱਲੇ ਕੰਜ਼ਿਊਮਰ ਲਈ ਉਹਨੂੰ ਆਪਾਂ ਬਲਕ ਸਪਲਾਈ ਜਾਂ ਇੰਡਸਟਰੀਅਲ ਸਬਸਟੇਸ਼ਨ ਕਹਿੰਦੇ ਹਾਂ। ਫਿਰ ਮਾਈਨਿੰਗ ਸਬਸਟੇਸ਼ਨ ਦੇ ਵਿੱਚ ਆਪਾਂ ਸਪੈਸ਼ਲ ਪ੍ਰੀਕਾਸ਼ਨਸ ਲੈਂਦੇ ਹੈਗੇ ਆ ਵੀ ਕਿਉਂਕਿ ਮਾਈਨਿੰਗ ਹੈ ਅੰਡਰਗਰਾਊਂਡ ਸਿਸਟਮ ਹੈ, ਉਹਦੇ ਵਿੱਚ ਆਪਾਂ ਸਪੈਸ਼ਲ ਡਿਜ਼ਾਈਨ ਵਾਲੇ ਸਬਸਟੇਸ਼ਨ ਜਿਹੜੇ ਯੂਜ਼ ਕਰਦੇ ਆ ਤਾਂ ਕਿ ਉੱਥੇ ਕੋਈ ਪੂਰੀ ਪ੍ਰੀਕਾਸ਼ਨ ਲੱਗੇ ਤਾਂ ਕਿ ਕੋਈ ਐਕਸੀਡੈਂਟ ਨਾ ਹੋ ਸਕੇ, ਉਹਨੂੰ ਆਪਾਂ ਕਹਿੰਦੇ ਮਾਈਨਿੰਗ ਸਬਸਟੇਸ਼ਨ। ਮੋਬਾਈਲ ਸਬਸਟੇਸ਼ਨਸ ਹੁੰਦੇ ਹੈਗੇ ਆ ਵੀ ਜਿੱਦਾਂ ਟੈਂਪਰੇਰੀ ਰਿਕੁਆਇਰਮੈਂਟ ਵਾਸਤੇ ਕਿਸੇ ਕਲੋਨੀ 'ਚ ਲੋਡ ਪੈ ਗਈ ਜਾਂ ਟਰਾਂਸਫਾਰਮਰ ਸੜ ਗਿਆ ਤਾਂ ਆਪਾਂ ਉਸ ਨੂੰ ਹਜੇ 2-4 ਦਿਨ ਲੱਗਣੇ ਤਾਂ ਆਪਾਂ ਉੱਥੇ ਮੋਬਾਈਲ ਸਬਸਟੇਸ਼ਨ ਮੀਨਸ ਇੱਕ ਟਰਾਂਸਫਾਰਮਰ ਟਰਾਲੀ ਦੇ ਉੱਤੇ ਫਿੱਟ ਕਰਕੇ ਜਾਂ ਕਿਸੇ ਗੱਡੀ ਦੇ ਉੱਤੇ ਫਿੱਟ ਕਰਕੇ ਆਪਾਂ ਉੱਥੇ ਲਿਆ ਕੇ ਉਹਦੇ ਕਨੈਕਸ਼ਨਸ ਕਰ ਦਿੰਦੇ ਹਾਂ ਅਤੇ ਉਹ ਟੈਂਪਰੇਰੀ ਆਪਾਂ ਜਿਹੜਾ ਉਹਨੂੰ ਸਬਸਟੇਸ਼ਨ ਬਣਾ ਦਿੰਦੇ ਹਾਂ ਅਤੇ ਉਹਨੂੰ ਕਹਿੰਦੇ ਆਪਾਂ ਮੋਬਾਈਲ ਸਬਸਟੇਸ਼ਨਸ। ਇਸ ਤਰ੍ਹਾਂ ਫੰਕਸ਼ਨਿੰਗ ਦੇ ਨਾਲ ਰਿਕੁਆਇਰਮੈਂਟ ਜਿੱਦਾਂ ਦੀ ਹੈਗੀ ਉਹਦੇ ਮੁਤਾਬਕ ਆਪਾਂ ਜਿਹੜੇ ਸਬਸਟੇਸ਼ਨ ਬਣਾਏ ਉਹਨਾਂ ਦਾ ਅਲੱਗ-ਅਲੱਗ ਨਾਮ ਦੇ ਸਕਦੇ ਹੈਗੇ ਜਿੱਦਾਂ ਕਿ ਆਪਾਂ ਹੁਣ ਪੜ੍ਹਿਆ ਹੈ। ਇੰਪੋਰਟੈਂਟ ਨੋਟਸ ਹੈਗੇ ਆ, ਦੇਖੋ ਉਹੀ ਜੋ ਆਪਾਂ ਪਹਿਲਾਂ ਪੜ੍ਹਿਆ ਉਹਦੇ ਬਾਰੇ ਸਿਰਫ ਇਹਦੇ ਵਿੱਚ ਵੋਲਟੇਜ ਦਿੱਤੀ ਹੋਈ। ਕਹਿੰਦਾ ਪ੍ਰਾਇਮਰੀ ਸਬਸਟੇਸ਼ਨਸ ਉਹ ਹੁੰਦੇ ਆ ਜਿੱਥੋਂ ਆਪਾਂ ਕਹਿੰਦਾ 400 kV 220 kV 130 kV 132 kV ਦੀ ਜਿਹੜੀ ਵੋਲਟੇਜ ਆ ਉਹਨੂੰ ਆਪਾਂ ਫਰਦਰ ਸਟੈਪ ਡਾਊਨ ਕਰਦੇ ਹਾਂ 66 kV 33 kV ਜਾਂ ਇਸ ਤੋਂ ਘੱਟ ਵੋਲਟੇਜ 'ਤੇ, ਤਾਂ ਉਹਦੇ ਮਤਲਬ ਸਬਸਟੇਸ਼ਨਸ ਆ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਪ੍ਰਾਇਮਰੀ ਸਬਸਟੇਸ਼ਨ। ਕਹਿੰਦਾ ਦੀਜ਼ ਆਰ ਆਲਸੋ ਰੈਫਰ ਟੂ ਐਕਸਟਰਾ ਹਾਈ ਵੋਲਟੇਜ ਸਬਸਟੇਸ਼ਨ। ਇਹਨੂੰ ਐਕਸਟਰਾ ਹਾਈ ਵੋਲਟੇਜ ਸਬਸਟੇਸ਼ਨ ਕਿਉਂਕਿ ਇੱਕ ਪਾਸੇ ਤਾਂ ਹਾਈ ਵੋਲਟੇਜ ਆਉਂਦੀ ਪਈ ਹੈ ਨਾ ਅਤੇ ਦੂਜੇ ਪਾਸੇ ਆਪਾਂ ਲੋ ਵੋਲਟੇਜ ਕੀਤੀ ਹੈ। ਫਿਰ ਸੈਕੰਡਰੀ ਸਬਸਟੇਸ਼ਨ ਆਉਂਦੇ ਆ ਜਿੱਥੋਂ ਕਿ ਆਪਾਂ ਪਾਵਰ ਰਿਸੀਵ ਕਰਦੇ ਹਾਂ ਜਿਹੜੀ ਆਪਾਂ ਸਟੈਪ ਡਾਊਨ ਕੀਤੀ ਸੀ ਉੱਪਰ ਵੋਲਟੇਜ 66 kV 33 ਅਤੇ 22 kV, ਉਹ ਤੋਂ ਫਰਦਰ ਗਾਂ ਆਪਾਂ ਸਟੈਪ ਡਾਊਨ ਕਰ ਦਿਆਂਗੇ 11 kV 'ਤੇ, ਉਹਨੂੰ ਆਪਾਂ ਸੈਕੰਡਰੀ ਸਬਸਟੇਸ਼ਨ ਕਹਿ ਦਿੰਦੇ ਹਾਂ। ਅਤੇ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਹੁੰਦੇ ਆ ਜਿੱਥੇ 11 kV ਤੋਂ ਆਪਾਂ ਥੱਲੇ ਵੋਲਟੇਜ ਲਿਆ ਕੇ 415 ਅਤੇ 220 ਸਟਾਰ ਕਨੈਕਸ਼ਨਸ ਕਰਕੇ ਨਿਊਟਰਲ ਅਤੇ 3 ਫੇਸ ਸਪਲਾਈ ਜਨਰੇਟ ਕਰ ਲੈਂਦੇ ਹਾਂ, ਮਤਲਬ ਕਨਵਰਟ ਕਰ ਲੈਂਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਡਿਸਟ੍ਰੀਬਿਊਸ਼ਨ ਸਬਸਟੇਸ਼ਨ। ਇਸ ਤਰ੍ਹਾਂ 3 ਤਰ੍ਹਾਂ ਦੇ ਸਬਸਟੇਸ਼ਨ ਆਪਾਂ ਕਲਾਸੀਫਾਈ ਕੀਤੇ ਹੈਗੇ ਆ। ਇੰਡੋਰ ਸਬਸਟੇਸ਼ਨਸ ਕਹਿੰਦਾ in these substations the apparatus is installed within the substation building. Such substations are usually for a voltage up to 11,000 volts but can be erected up to 33,000 volt or 66,000 volts when the surrounding atmosphere is contaminated with impurities such as metal corroding gases, fumes, conductive dust etc. मतलब ਕਹਿੰਦਾ ਕਿ ਆਪਾਂ ਇੱਕ ਬਿਲਡਿੰਗ ਤਿਆਰ ਕਰਦੇ ਹਾਂ, ਉਸ ਬਿਲਡਿੰਗ 'ਚ ਸਬਸਟੇਸ਼ਨ ਦਾ ਸਾਰਾ ਆਪਰੇਟਸ ਜਿਹੜਾ ਇੰਸਟਾਲ ਕਰ ਦਿੰਦੇ ਹਾਂ ਅਤੇ ਇਹ ਜਿਹੜੇ ਸਬਸਟੇਸ਼ਨ ਕਹਿੰਦਾ 11 kV ਤੱਕ ਹੀ ਬਣਦੇ ਹੈਗੇ ਆ। ਪਰ ਜੇ ਕਿਤੇ ਸਪੈਸ਼ਲ ਕੰਡੀਸ਼ਨਸ ਹੋ ਜਾਣ ਜਿੱਥੇ ਕਿ ਸਰਾਊਂਡਿੰਗ ਜਿਹੜਾ ਉਹ ਸਾਡੇ ਆਪਰੇਟਸ ਲਈ ਠੀਕ ਨਾ ਹੋਵੇ, ਮਤਲਬ ਸਾਡੇ ਆਪਰੇਟਸ ਨੂੰ ਜੰਗਾਲ ਲੱਗਣ ਦਾ ਖਤਰਾ ਹੋਵੇ ਜਾਂ ਉੱਥੇ ਇੱਦਾਂ ਦੀ ਡਸਟ ਕ੍ਰੀਏਟ ਹੁੰਦੀ ਹੋਵੇ ਜਿਹੜੀ ਡਸਟ ਜਿਹੜੀ ਆਪਣੇ ਆਪ 'ਚ ਕੰਡਕਟਿਵ ਹੋਵੇ, ਮਤਲਬ ਡਸਟ ਦੇ ਨਾਲ ਨੁਕਸਾਨ ਹੋ ਸਕਦਾ, ਕੰਡਕਟਿਵਿਟੀ ਬਣ ਸਕਦੀ ਆ, ਉਹੋ ਜਿਹੀ ਜਗ੍ਹਾ 'ਤੇ ਆਪਾਂ 33,000 ਅਤੇ ਜਾਂ 66,000 ਤੱਕ ਦੇ ਵੀ ਸਬਸਟੇਸ਼ਨ ਆਪਾਂ ਨੂੰ ਉੱਥੇ ਲਗਾਉਣੇ ਪੈਂਦੇ ਆ। ਜਿੱਦਾਂ ਕੋਈ ਬਹੁਤ ਜ਼ਿਆਦਾ ਕੈਮੀਕਲ ਇੰਡਸਟਰੀਜ਼ ਹੋਣ, ਉੱਥੇ ਬਹੁਤ ਜ਼ਿਆਦਾ ਕੈਮੀਕਲ ਏਅਰ ਦੇ ਵਿੱਚ ਹੋਵੇ ਤਾਂ ਉੱਥੇ ਫਿਰ ਸਾਨੂੰ ਇੰਡੋਰ ਸਬਸਟੇਸ਼ਨ ਜਿਹੜਾ ਉਹ ਬੈਸਟ ਰਹਿੰਦਾ ਹੈਗਾ। ਤਾਂ ਕਹਿੰਦਾ ਦਾ ਸਵਿਚ ਗੇਅਰ ਔਨ ਸਪਲਾਈ ਔਰ ਪ੍ਰਾਇਮਰੀ ਸਾਈਡ ਵਿਲ ਕੰਸਿਸਟਸ ਆਫ ਆਇਲ ਸਰਕਟ ਬ੍ਰੇਕਰਸ ਓਨਲੀ। ਹੁਣ ਇੱਥੇ ਕਹਿੰਦਾ ਜਿਹੜੇ ਸਰਕਟ ਬ੍ਰੇਕਰਸ ਆਪਾਂ ਯੂਜ਼ ਕਰਦੇ ਹਾਂ ਆਇਲ ਸਰਕਟ ਬ੍ਰੇਕਰਸ ਜਿਹੜੇ ਆ ਉਹ
ज़्यादातर ते यूज़ करते हैगे आ। ਹੁਣ ਦੇਖੋ ਦਾ ਕਹਿੰਦਾ ਹਾਈ ਵੋਲਟੇਜ ਸਪਲਾਈ ਇਜ਼ ਗਿਵਨ ਟੂ ਦਾ ਪ੍ਰਾਇਮਰੀ ਆਫ ਦਾ ਟਰਾਂਸਫਾਰਮਰ ਥਰੂ ਸਰਕਟ ਬ੍ਰੇਕਰ। ਸਰਕਟ ਬ੍ਰੇਕਰ ਦੇ ਥਰੂ ਆਪਾਂ ਕਹਿੰਦਾ ਪ੍ਰਾਇਮਰੀ ਸਾਈਡ ਤੇ ਟਰਾਂਸਫਾਰਮਰ ਜਿਹੜੀ ਹਾਈ ਵੋਲਟੇਜ ਸਪਲਾਈ ਜਿਹੜੀ ਟਰਾਂਸਫਾਰਮਰ ਨੂੰ ਦਿੰਦੇ ਆ। ਕਹਿੰਦਾ ਫਰੋਮ ਦਾ ਬਸ ਬਾਰ ਵੇਰੀਅਸ ਫੀਡਰਸ ਨਜ਼ ਆਊਟ। ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਬਸ ਬਾਰਸ ਬਣਾਉਂਦੇ ਆ, ਉੱਥੋਂ ਆਪਾਂ ਵੇਰੀਅਸ ਫੀਡਰਸ ਜਿਹੜੇ ਆ ਜਿੱਥੇ ਫੀਡਰਸ ਨੂੰ ਸਪਲਾਈ ਭੇਜਣੀ ਆ ਉਹ ਆਪਾਂ ਨਰਜਾਈਜ਼ ਕਰ ਦਿੰਦੇ ਆ ਉਹਨਾਂ ਬਸ ਬਾਰਸ ਦੇ ਨਾਲ ਲਗਾ ਕੇ। ਦ ਪੈਨਲ ਫॉर ਈਚ ਫੀਡਰਸ ਕੰਸਿਸਟਸ ਆਫ ਆਈਸੋਲੇਟ ਸਵਿਚਜ਼। ਆਈਸੋਲੇਟਰ ਸਵਿਚ ਲਗਾਉਂਦੇ ਆ ਅਤੇ ਸਰਕਟ ਬ੍ਰੇਕਰ ਲਗਾਉਂਦੇ ਆ ਪੈਨਲਸ ਦੇ ਵਿੱਚ ਜਿਹਨਾਂ ਨੂੰ ਕੋਈ ਉਹ ਫੀਡਰ ਨੂੰ ਆਈਸੋਲੇਟ ਕਰਨਾ ਹੋ ਜਦੋਂ। ਇਨ ਐਡੀਸ਼ਨ ਟੂ ਆਈਸੋਲੇਟਰ ਐਂਡ ਸਰਕਟ ਬ੍ਰੇਕਰ ਦ ਪੈਨਲ ਇਜ਼ ਪ੍ਰੋਵਾਈਡਡ ਵਿਦ ਦਾ ਮੇਜਰਿੰਗ ਇੰਸਟਰੂਮੈਂਟਸ। ਫਿਰ ਆਪਾਂ ਰਿਲੇਜ਼, ਮੇਜਰਿੰਗ ਇੰਸਟਰੂਮੈਂਟਸ, ਵੋਲਟੇਜ, ਕਰੰਟ ਮੀਟਰ ਐਰਾ ਵਗੈਰਾ ਜੋ ਵੀ ਆਪਾਂ ਉੱਥੇ ਸਬ ਸਟੇਸ਼ਨ ਦੇ ਵਿੱਚ ਜਿਹੜਾ ਲੱਗਣਾ ਹੈਗਾ ਉਹ ਸਾਰਾ ਉੱਥੇ ਪੈਨਲ ਦੇ ਉੱਤੇ ਲਗਾਇਆ ਹੁੰਦਾ ਹੈਗਾ। ਐਜ਼ ਰਿਗਾਰਡਸ ਪ੍ਰੋਟੈਕਸ਼ਨ ਔਰ ਫੀਡਰਸ ਯੂਜ਼ਲੀ ਰਿਵਰਸ ਪਾਵਰ ਰਿਲੇਜ਼ ਇੰਪਲਾਇਡ। ਔਰ ਪ੍ਰੋਟੈਕਸ਼ਨ ਜਿਹੜੀ ਹੈ ਫੀਡਰ ਨੂੰ ਜਦੋਂ ਪ੍ਰੋਟੈਕਸ਼ਨ ਦੇਣੀ ਹੈ ਤਾਂ ਆਪਾਂ ਪੜ੍ਹ ਚੁੱਕੇ ਹਾਂ ਰਿਵਰਸ ਪਾਵਰ ਰਿਲੇਜ਼, ਨੈਕਸਟ ਸਮੈਸਟਰ ਪੜ੍ਹਾਂਗੇ। ਰਿਵਰਸ ਪਾਵਰ ਰਿਲੇਜ਼ ਜਿਹੜੀਆਂ ਉਹ ਯੂਜ਼ ਕਰਦੇ ਹੈਗੇ ਫੀਡਰ ਦੀ ਪ੍ਰੋਟੈਕਸ਼ਨ ਵਾਸਤੇ। ਫॉर द प्रोटेक्शन ऑफ ऑयल फील्ड ट्रांसफार्मर विद कंजरवेटर टैंक्स बक्कल्स ले इज़ मोस्ट कॉमन। तो जी ट्रांसफार्मर की प्रोटेक्शन जी वो आप नैक्सट समैसटर पढ़ांगे। बक्कल्स ले जी आप यूज़ करते हैं ट्रांसफार्मर की प्रोटेक्शन वास्ते। इस तरह ये जोड़ा आउटडोर सब स्टेशन आप जो इनडोर सब स्टेशन जो इक्विपमेंट्स वगैरह लगे होंगे है। हुण देखो एक लेआउट दिखाया हुआ इनडोर सब स्टेशन का। ਇਹਦੇ 'ਚ ਦੇਖੋ ਥਰੜੇ ਪਾਸੇ ਡੋਰ ਬਣਿਆ ਐਂਟਰੀ ਆ। ਐਂਟਰੀ ਦੇ ਬਿਲਕੁਲ ਨਾਲ ਹੀ ਰਾਈਟ ਸਾਈਡ ਦੇ ਫਾਇਰ ਐਕਸਟਿੰਗੁਇਸ਼ਰ ਲੱਗਾ ਹੋਇਆ, ਦੋਨੇ ਪਾਸੇ ਲੱਗੇ ਹੋਏ ਆ। ਫਿਰ ਉਸ ਤੋਂ ਬਾਅਦ ਲੈਫਟ ਸਾਈਡ ਦੇ ਉੱਤੇ ਦੇਖੋ ਸ਼ੌਕ ਟ੍ਰੀਟਮੈਂਟ ਚਾਰਟਸ ਵੀ, ਅਗਰ ਕੋਈ ਪ੍ਰੋਬਲਮ ਆ ਜਾਵੇ ਤਾਂ ਸ਼ੌਕ ਟ੍ਰੀਟਮੈਂਟ ਚਾਰਟਸ ਕਿੱਦਾਂ ਆਪਾਂ ਸ਼ੌਕ ਨੂੰ ਟ੍ਰੀਟ ਕਰਨਾ ਹੈਗਾ ਬੰਦੇ ਨੂੰ ਜਿਹਨੂੰ ਸ਼ੌਕ ਲੱਗਦਾ ਉਹ ਲੱਗੇ ਆ। ਸੱਜੇ ਪਾਸੇ ਬਿਲਕੁਲ ਉਹਦੇ ਆਪੋਜ਼ਿਟ ਸਾਈਡ 'ਤੇ ਲੱਗੇ ਆ ਫਸਟ ਏਡ ਬਾਕਸਿਸ ਲੱਗੇ ਹੋਏ ਆ। ਫਿਰ ਅੱਗੇ ਜਾਵਾਂਗੇ ਆਪਾਂ ਨੈਕਸਟ ਉਹ ਇੰਡੋਰ ਦੇ ਵਿੱਚ ਹੀ ਅੱਗੇ ਜਾਵਾਂਗੇ ਤਾਂ LT ਬੱਸ ਬਾਰ। LT ਮੀਨਸ ਲੋ ਵੋਲਟੇਜ। LT ਇਹਦੇ ਵਿੱਚ ਲੋ ਵੋਲਟੇਜ ਕਿੰਨੀ ਆ 400/220 ਵੋਲਟ। ਇਹ ਜਿਹੜੀ ਬੱਸ ਬਾਰ ਲੱਗੀ ਹੈ ਇੱਥੋਂ ਆਪਾਂ ਗਾਂ ਫਰਦਰ ਸਪਲਾਈ ਦੇਵਾਂਗੇ ਜਿੱਥੇ ਇੱਥੇ ਦੇਣੀ ਆ। ਉਸ ਤੋਂ ਬਾਅਦ ਉੱਪਰ ਆ ਜਾਓ ਰਾਈਟ ਸਾਈਡ ਦੇ ਉੱਤੇ ਦੇਖੋ 11 kV 400 ਕਿਲੋਵੋਲਟ 0.4 ਕਿਲੋਵੋਲਟ ਟਰਾਂਸਫਾਰਮਰ ਲੱਗੇ, ਦੋ ਟਰਾਂਸਫਾਰਮਰਸ ਲੱਗੇ ਹੋਏ ਨੇ। ਫਿਰ LT ਸਵਿਚ ਗੇਅਰ ਲੱਗਾ ਜਿਹੜਾ ਕਿ ਆਪਾਂ ਇੱਥੇ ਸਰਕਟ ਬ੍ਰੇਕਰਸ ਵਗੈਰਾ ਕਿੱਦਾਂ ਇਹਨੂੰ ਬਚਾਉਣਾ ਹੈਗਾ, ਔਨ ਆਫ ਕਰਨਾ ਹੈਗਾ ਉਹ ਲਗਾਇਆ। ਫਿਰ ਬਿਲਕੁਲ ਲਾਸਟ ਐਂਡ ਵਿੱਚ ਦੀਵਾਰ ਵਾਲੇ ਪਾਸੇ ਦੇਖੋ HD ਬੱਸ ਬਾਰ ਲੱਗੀ ਹੋਈ ਹੈ। HD ਬੱਸ ਬਾਰ ਮੀਨਸ ਹਾਈ ਵੋਲਟੇਜ 11 kV ਦੀ ਜਿਹੜੀ ਸਪਲਾਈ ਹੁੰਦੀ ਉਹਦੀ ਬੱਸ ਬਾਰ ਬਣੀ ਹੋਈ ਆ। ਬਿਲਕੁਲ ਰਾਈਟ ਕਾਰਨਰ ਤੇ ਲੈਫਟ ਕਾਰਨਰ ਤੇ ਬੈਟਰੀ ਰੂਮ ਆ ਤੇ ਰਾਈਟ ਕਾਰਨਰ ਦੇ ਉੱਤੇ HD ਸਵਿਚ ਗੇਅਰ ਬਾਹਰੋਂ ਜਿਹੜੀ ਸਪਲਾਈ ਸਾਨੂੰ ਆਉਂਦੀ ਆ ਉਹਦਾ ਸਵਿਚ ਗੇਅਰ ਜਿਹੜਾ ਆਪਾਂ ਇਸ ਰਾਈਟ ਕਾਰਨਰ ਤੇ ਲਗਾਇਆ ਹੋਇਆ ਹੈ। ਇਸ ਤਰ੍ਹਾਂ ਇਹ ਲੇਆਊਟ ਹੁੰਦੀ ਹੈ ਇੱਕ ਸਬ ਸਟੇਸ਼ਨ ਦੀ। ਕੋਈ ਵੀ ਆਪਾਂ ਸਬ ਸਟੇਸ਼ਨ ਇੰਡੋਰ ਸਬ ਸਟੇਸ਼ਨ ਜਨਰੇਟ ਕਰਨਾ ਹੈਗਾ ਤਾਂ ਇਸ ਤਰ੍ਹਾਂ ਉਹਦੇ ਇਕਵਿਪਮੈਂਟ ਵਗੈਰਾ ਆਪਾਂ ਫਿੱਟ ਕਰਾਂਗੇ। ਹੁਣ ਦੇਖੋ ਇੱਕ ਇਹ ਕੀ ਡਾਇਗਰਾਮ ਹੈਗੀ 11 kV 400 ਵੋਲਟ ਸਬ ਸਟੇਸ਼ਨ ਦੀ ਕੀ ਡਾਇਗਰਾਮ ਵੀ ਕਿਸ ਤਰ੍ਹਾਂ ਸਿੰਗਲ ਲਾਈਨ ਡਾਇਗਰਾਮ ਬਣੀ ਹੋਈ। ਦੇਖੋ ਜਿੱਦਾਂ ਆਪਾਂ ਪਹਿਲਾਂ ਰੂਮ ਦੇ ਵਿੱਚ ਦੇਖਿਆ ਸੀ, ਸਭ ਤੋਂ ਲਾਸਟ ਐਂਡ ਵਿੱਚ ਜਾ ਕੇ ਰੂਮ ਦੇ ਆਪਾਂ 11 kV ਲਾਈਨ ਬਾਹਰੋਂ ਆਉਂਦੀ ਹੈਗੀ ਆ। ਉਹਦੇ ਨਾਲ ਆਪਾਂ ਗੈਂਗ ਆਪਰੇਟਿੰਗ ਸਵਿਚ ਲਾਇਆ ਜਿੱਥੋਂ ਪੋਲ ਤੋਂ ਸਪਲਾਈ ਆ ਰਹੀ ਆ। ਫਿਰ ਉਹ ਪੋਲ ਤੋਂ ਸਪਲਾਈ ਜਿਹੜੀ ਆਪਣੀ ਕੈਬਨ ਦੇ ਅੰਦਰ ਆਉਂਦੀ ਆ ਜਾਂ ਆਪਣੇ ਸਬ ਸਟੇਸ਼ਨ ਹੁੰਦੀ ਆ ਤਾਂ ਅੰਡਰਗਰਾਊਂਡ ਕੇਬਲ ਦੇ ਥਰੂ ਆਉਂਦੀ ਆ। ਅੰਡਰਗਰਾਊਂਡ ਕੇਬਲ ਦੇ ਥਰੂ ਆਉਂਦੇ ਨਾਲ ਹੀ ਦੇਖੋ ਆਪਾਂ ਸਭ ਤੋਂ ਪਹਿਲਾਂ ਉਹਦਾ ਆਇਲ ਸਰਕਟ ਬ੍ਰੇਕਰ ਲਗਾਇਆ ਤਾਂ ਕਿ ਜਿਹੜਾ ਆਪਾਂ ਕੋਈ ਪ੍ਰੋਬਲਮ ਆਵੇ ਸਾਡੀ ਲਾਈਨ ਦੇ ਵਿੱਚ ਆਵੇ ਤਾਂ ਸਰਕਟ ਬ੍ਰੇਕਰ ਟ੍ਰਿਪ ਕਰ ਜਾਵੇ। ਔਰ ਸੇਫਟੀ ਵਾਸਤੇ 11 kV ਆਇਲ ਸਰਕਟ ਬ੍ਰੇਕਰ ਲੱਗਾ। ਫਿਰ ਕਰੰਟ ਟਰਾਂਸਫਾਰਮਰ ਜਿਹੜੇ ਇਕਵਿਪਮੈਂਟ ਆਪਾਂ ਲਾਉਣੇ ਆ ਉਹਨੂੰ ਜਿਹੜੀ ਜਿਹੜੀ ਲਾਈਨ ਆ ਰਹੀ ਆ ਇਹਦਾ ਕਰੰਟ ਜਿਹੜਾ ਮੇਜਰ ਕਰਨਾ, ਸ਼ਾਰਟ ਸਰਕਟ ਕਰੰਟ ਜੋ ਦੇਖਣਾ ਉਹ ਸਾਰਾ ਜਿਹੜਾ CT ਆਪਣਾ ਕੰਮ ਕਰਦਾ ਹੈਗਾ। CT PT ਇੱਥੇ ਸ਼ੋ ਨਹੀਂ ਕੀਤਾ, ਇੱਕ PT ਵੀ ਲੱਗਾ ਹੁੰਦਾ। ਇਹ ਮੇਜਰਿੰਗ ਇੰਸਟਰੂਮੈਂਟਸ ਦੇ ਨਾਲ ਆਪਾਂ ਨੂੰ ਜਦੋਂ ਜਾਣਾ ਹੈਗਾ ਉੱਥੇ ਇਹ ਯੂਜ਼ ਹੁੰਦੇ ਹੈਗੇ ਆ। ਉਸ ਤੋਂ ਬਾਅਦ ਟਰਾਂਸਫਾਰਮਰ ਆ ਗਿਆ 11 kV 0.4 ਕਿਲੋਵੋਲਟ ਮਤਲਬ 11,000 ਵੋਲਟ ਤੋਂ 400 ਵੋਲਟ ਤੱਕ ਇਹ ਸਪਲਾਈ ਜਿਹੜੀ ਸਟੈਪ ਡਾਊਨ ਕਰ ਦਿੰਦਾ ਹੈਗਾ ਟਰਾਂਸਫਾਰਮਰ ਸੇਫਟੀ ਵਾਸਤੇ ਫਿਰ ਇੱਕ ਸਰਕਟ ਬ੍ਰੇਕਰ ਲਗਾਇਆ LT ਲਾਈਨ ਦੇ ਵਿੱਚ 400 ਵੋਲਟ ਦਾ। ਫਿਰ ਇੱਕ CT ਲਗਾਇਆ ਇਸ ਪਾਸੇ ਦੇ ਸਰਕਟ ਬ੍ਰੇਕਰ ਨੂੰ ਕੰਟਰੋਲ ਕਰਨ ਲਈ ਸਾਰਾ। ਫਿਰ ਇੱਕ ਬੱਸ ਬਾਰ ਬਣਾਤੀ 400 ਵੋਲਟ ਬੱਸ ਬਾਰ ਦੇ ਵਿੱਚੋਂ ਦੇਖੋ ਡਿਫਰੈਂਟ ਕਨੈਕਸ਼ਨਸ ਲਾਇਆ ਟੂ ਕੰਜ਼ਿਊਮਰ। ਕੋਈ ਕਿਸੇ ਵੀ ਸਪਲਾਈ ਜਿਹੜੀ ਆ ਕੋਈ ਹੋਸਟਲ ਨੂੰ ਜਾ ਸਕਦੀ ਹੈ, ਕੋਈ ਇੰਡਸਟਰੀ ਨੂੰ ਜਾ ਸਕਦੀ, ਕੋਈ ਕਾਲਜ ਜਾਂ ਕੁਛ ਵੀ ਆ ਮਤਲਬ ਜੋ ਇਹ ਸਪਲਾਈ ਆ ਇਹਦੇ ਲਈ ਬੱਸ ਬਾਰ ਤੋਂ ਤੇ ਆਇਲ ਸਰਕਟ ਬ੍ਰੇਕਰ ਦੇ ਇਨ ਬਿਟਵੀਨ ਇੱਕ ਸਰਕਟ ਬ੍ਰੇਕਰ ਕਰੰਟ ਟਰਾਂਸਫਾਰਮਰ ਲੱਗਾ। ਉਸ ਤੋਂ ਬਾਅਦ ਆਇਲ ਸਰਕਟ ਬ੍ਰੇਕਰ ਲੱਗਾ ਤੇ ਉਸ ਤੋਂ ਬਾਅਦ ਜਿਹੜੀ ਸਪਲਾਈ ਆ ਉਹ ਕੰਜ਼ਿਊਮਰ ਨੂੰ ਜਾ ਰਹੀ ਹੈ। ਇਸ ਤਰ੍ਹਾਂ ਇਹ ਕੀ ਡਾਇਗਰਾਮ ਹੁੰਦੀ ਆ ਇੰਡੋਰ ਸਬ ਸਟੇਸ਼ਨ ਦੀ। ਹੁਣ ਹੈ ਆਊਟਡੋਰ ਸਬ ਸਟੇਸ਼ਨ। ਆਊਟਡੋਰ ਸਬ ਸਟੇਸ਼ਨ ਦੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਪੋਲ ਮਾਊਂਟਡ ਸਬ ਸਟੇਸ਼ਨ ਤੇ ਦੂਜਾ ਹੁੰਦਾ ਹੈਗਾ ਆ ਫਾਊਂਡੇਸ਼ਨ ਬੇਸਡ ਸਬ ਸਟੇਸ਼ਨ। ਇਹਦੇ ਵਿੱਚ ਤੁਸੀਂ देखो की कहता है सच सबस्टेशंस आर यूज्ड फॉर सपोर्टिंग डिस्ट्रीब्यूशन ट्रांसफार्मर हैविंग द कैपेसिटी अप टू 250 किलो
वोल्ट एम्पीयर KVA, मतलब 200-250 KVA तक भी आप 300 KVA तक भी यूज़ कर सकते हैं ਜਿਹੜੇ सबस्टेशन ਹੁੰਦੇ पोल माउंटेड सबस्टेशन। such type of transformers are the cheapest, simplest and smallest in distribution। मतलब छोटी सस्ती ਤੇ ਸਿੰਪਲ ਜਿਹੜੀ ਡਿਸਟ੍ਰੀਬਿਊਸ਼ਨ ਆਪਾਂ ਕਰਨੀ ਹੈ ਤਾਂ ਉਹਦੇ ਲਈ ਇਹ ਜਿਹੜੇ ਆ ਸਬਸਟੇਸ਼ਨ ਯੂਜ਼ ਕਰਦੇ ਆ। ਕਹਿੰਦਾ all the equipment is the outdoor type and mounted on the supporting structure of high tension distribution line। मतलब ਜਿਹੜੀ ਹਾਈ ਟੈਂਸ਼ਨ ਡਿਸਟ੍ਰੀਬਿਊਸ਼ਨ ਲਾਈਨ ਦਾ ਵੀ ਜਿਹੜਾ ਸਟਰਕਚਰ ਹੈ ਇਕਵਿਪਮੈਂਟ ਹੈ ਉਹ ਵੀ ਪਲੱਸ ਲੋ ਵੋਲਟੇਜ ਸਾਈਡ ਦਾ ਜੋ ਇਕਵਿਪਮੈਂਟ ਹੈਗਾ ਉਹ ਵੀ ਸਾਰਾ ਜਿਹੜਾ ਆਪਾਂ ਸਟਰਕਚਰ ਦੇ ਨਾਲ ਹੀ ਫਿੱਟ ਕਰਦੇ ਹਾਂ, ਪੋਲ ਮਾਊਂਟਡ ਸਟਰਕਚਰ ਦੇ ਨਾਲ ਹੀ ਫਿੱਟ ਕੀਤਾ ਜਾਂਦਾ ਹੈਗਾ। ਕਹਿੰਦਾ ਟ੍ਰਿਪਲ ਪੋਲ ਮਕੈਨੀਕਲ ਆਪਰੇਟਡ ਸਵਿਚ ਯੂਜ਼ਡ ਫॉर ਸਵਿਚਿੰਗ ਔਨ ਐਂਡ ਆਫ ਦਾ ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨ। ਹੁਣ ਮਤਲਬ ਜਦੋਂ ਆਪਾਂ ਰਿਪੇਅਰ ਕਰਨੀ ਆ ਜਾਂ ਕੁਛ ਕਰਨਾ ਚਾਹੀਏ, ਜਿਹੜੀ ਸਾਡੀ ਇਨਕਮਿੰਗ ਆ ਉਹ ਹੈ 11 kV, ਕਿਉਂਕਿ ਇਨਕਮਿੰਗ 11 kV ਨੂੰ ਆਪਾਂ ਸਟੈਪ ਡਾਊਨ ਕਰਨਾ ਨਾ, ਇਸ ਕਰਕੇ ਜਿਹੜਾ ਸਵਿਚ ਔਨ ਆਫ ਸਵਿਚ ਜਿਹੜਾ ਉਹ ਆਪਾਂ 11 kV ਸਾਈਡ ਤੇ ਕਹਿੰਦਾ ਲਗਾਵਾਂਗੇ, ਜਿਹੜਾ ਗੈਂਗ ਆਪਰੇਟਿੰਗ ਸਵਿਚ ਜਿਹਨੂੰ ਆਪਾਂ ਕਹਿੰਦੇ ਆ। ਕਹਿੰਦਾ HT ਫਿਊਜ਼ ਇਜ਼ ਯੂਜ਼ਡ ਫॉर ਪ੍ਰੋਟੈਕਸ਼ਨ ਆਫ ਦਾ ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨ। HT ਫਿਊਜ਼ ਹਾਈ ਟਰਾਂਸਮਿਸ਼ਨ ਲਾਈਨ ਲਈ जो टेंशन ਲਈ यूज़ करते हैं फॉर कंट्रोलिंग द लो टेंशन लाइन। लो टेंशन स्विच अलॉन्ग विद फ्यूजेज इक्विपड, मतलब ਜਿਹੜਾ ਹੁਣ लो टेंशन ਆ ਉਹ ਹੈ 400 वोल्ट, ਤਾਂ ਇੱਥੇ ਆਪਾਂ ਸਿੰਪਲ TPIC ਜਿਹੜੇ ਯੂਜ਼ ਕਰਾਂਗੇ 400 ਵੋਲਟ ਜਾਂ 600 ਵੋਲਟ ਤੱਕ ਦੇ। ਅਤੇ ਜਿਹੜੀ HT ਲਾਈਨ ਆ ਉਹਦੇ ਵਿੱਚ ਆਪਾਂ ਜਿਹੜਾ ਕਹਿੰਦਾ ਫਿਊਜ਼ਜ਼ ਯੂਜ਼ ਕਰਦੇ ਹਾਂ, ਸਿੰਪਲੀ ਫਿਊਜ਼ ਲਗਾ ਦਿੰਦੇ ਹਾਂ ਜਿਹੜੀ HT ਲਾਈਨ ਸਾਡੀ ਆਉਂਦੀ ਆ। ਲਾਈਟਿੰਗ ਅਰੈਸਟਰਸ ਆਰ ਇਕਵਿਪਡ ਓਵਰ ਦਾ ਹਾਈ ਟੈਂਸ਼ਨ ਲਾਈਨ ਫॉर ਪ੍ਰੋਟੈਕਸ਼ਨ ਆਫ ਦਾ ਟਰਾਂਸਫਾਰਮਰ ਫਰੋਮ ਦਾ ਸਰਚ। ਜਿੱਦਾਂ ਹੁਣ ਪੋਲ ਮਾਊਂਟਡ ਸਬਸਟੇਸ਼ਨ ਲੱਗਿਆ ਉੱਥੇ ਆਪਾਂ ਲਾਈਟਿੰਗ ਅਰੈਸਟਰਸ ਲਗਾਉਂਦੇ ਹਾਂ ਤਾਂ ਕਿ ਸਾਡੀ ਕੋਈ ਅਸਮਾਨੀ ਬਿਜਲੀ ਟਰਾਂਸਫਾਰਮਰ 'ਤੇ ਡਿੱਗਦੀ ਹੈ ਤਾਂ ਸਾਡਾ ਟਰਾਂਸਫਾਰਮਰ ਜਿਹੜਾ ਸੇਫ ਹੋ ਜਾਏ ਔਰ ਸਾਡੀ ਜਿਹੜੀ ਸਪਲਾਈ ਆ ਜਿਹੜੀ ਅਸਮਾਨੀ ਬਿਜਲੀ ਡਿੱਗਦੀ ਆ ਉਹ ਅਰਥ ਹੋ ਜਾਵੇ। ਪੋਲ ਮਾਊਂਟਡ ਸਬਸਟੇਸ਼ਨ ਆਰ ਅਰਥ ਐਟ 2 ਔਰ ਮੋਰ ਪਲੇਸਿਸ। ਹੁਣ ਪੋਲ ਮਾਊਂਟਡ ਸਬਸਟੇਸ਼ਨ ਨੂੰ ਸੇਫਟੀ ਦੇਣ ਲਈ ਆਪਾਂ ਨੂੰ 2 ਜਾਂ 4 ਜਗ੍ਹਾ 'ਤੇ ਜਾਂ 2 ਤੋਂ ਜ਼ਿਆਦਾ ਜਗ੍ਹਾ 'ਤੇ ਆਪਾਂ ਅਰਥ ਕਰਦੇ ਹੈਗੇ ਆ ਪੋਲ ਮਾਊਂਟਡ ਸਬਸਟੇਸ਼ਨਸ ਨੂੰ। ਹੁਣ ਦੇਖੋ ਇੱਕ ਪੋਲ ਮਾਊਂਟਡ ਸਬਸਟੇਸ਼ਨ ਦਾ ਉੱਪਰਲਾ ਪੋਰਸ਼ਨ ਦਿਖਾਇਆ ਹੋਇਆ ਸਿਰਫ ਇਹਦੇ ਵਿੱਚ, ਜਿੱਥੇ ਟਰਾਂਸਫਾਰਮਰ ਪਿਆ ਆ ਦੇਖੋ ਉਹਦੇ ਉੱਪਰ 3 ਬ੍ਰਸ਼ਿਜ਼ ਲੱਗੇ ਆ। ਬ੍ਰਸ਼ਿਜ਼ ਤੋਂ ਜਿਹੜਾ ਉੱਪਰਲੇ ਪਾਸੇ ਗੈਂਗ ਆਪਰੇਟਿੰਗ ਸਵਿਚ ਲੱਗਾ, ਫਿਰ ਉੱਪਰਲੇ ਪਾਸੇ ਜਿਹੜੀ ਆ ਕ੍ਰਾਸ ਆਰਮ ਦੇ ਉੱਤੇ ਜਿਹੜੀ ਸਪਲਾਈ ਆ ਰਹੀ ਹੈ 11 kV, ਉੱਥੋਂ ਜੰਪਰਸ ਲਗਾ ਕੇ ਆਪਾਂ ਥਰੂ ਗੈਂਗ ਆਪਰੇਟਿੰਗ ਸਵਿਚ ਦੇ ਥਰੂ ਟਰਾਂਸਫਾਰਮਰ ਨੂੰ ਸਪਲਾਈ ਦਿੱਤੀ ਹੋਈ ਆ। ਇਸ ਤਰ੍ਹਾਂ ਪੋਲ ਮਾਊਂਟਡ ਸਬਸਟੇਸ਼ਨ ਜਿਹੜੇ 2 ਪੋਲਸ ਜਾਂ 4 ਪੋਲਸ ਦੇ ਉੱਤੇ ਆਪਾਂ ਇੱਕ ਟਰਾਂਸਫਾਰਮਰ ਰੱਖ ਕੇ ਸਾਰਾ ਕੰਟਰੋਲ ਜਿਹੜਾ ਉਸ ਸਟਰਕਚਰ ਦੇ ਨਾਲ ਹੀ ਅਟੈਚ ਕਰ ਦਿੰਦੇ ਹਾਂ। ਇਸ ਨੂੰ ਆਪਾਂ ਕਹਿੰਦੇ ਹਾਂ ਪੋਲ ਮਾਊਂਟਡ ਸਬਸਟੇਸ਼ਨ। ਹੁਣ ਦੇਖੋ ਕਹਿੰਦਾ ਦ ਟਰਾਂਸਫਾਰਮਰਸ ਹੈਵਿੰਗ ਏ ਕੈਪੈਸਿਟੀ ਅਪ ਟੂ 125 kV ਆਰ ਮਾਊਂਟਡ ਔਨ ਦਾ ਡਬਲ ਪੋਲ ਸਟਰਕਚਰ। ਮਤਲਬ ਡਬਲ ਪੋਲ ਸਟਰਕਚਰ ਦਾ ਮਤਲਬ 2 ਪੋਲ ਲਗਾਉਣੇ, 1 ਪੋਲ ਨਹੀਂ 2 ਪੋਲ। ਇਹਦੇ ਵਿੱਚ ਕਈ ਵਾਰੀ 4 ਪੋਲ ਵੀ ਆਪਾਂ ਲਗਾ ਦਿੰਦੇ ਹਾਂ ਆਪਣੇ ਸਟਰਕਚਰ ਨੂੰ ਜ਼ਿਆਦਾ ਮਜ਼ਬੂਤ ਕਰਨ ਲਈ। ਐਂਡ ਫॉर ਦਾ ਟਰਾਂਸਫਾਰਮਰ ਹੈਵਿੰਗ ਏ ਕੈਪੈਸਿਟੀ ਬਿਟਵੀਨ 125 to 250 kV ਐਂਪੀਅਰ 4 ਪੋਲ ਸਟਰਕਚਰ ਵਿਦ ਦਾ ਸੁਟੇਬਲ ਪਲੇਟਫਾਰਮ ਇਜ਼ ਯੂਜ਼ਡ। 4 ਪੋਲ ਵੀ ਮਤਲਬ ਲਗਾ ਸਕਦੇ ਹਾਂ ਅਤੇ 2 ਪੋਲ ਵੀ ਲਗਾ ਸਕਦੇ। ਸੱਚ ਟਾਈਪਸ ਆਫ ਸਬਸਟੇਸ਼ਨ ਆਰ ਪਲੇਸਡ ਇਨ ਵੈਰੀ ਥਿਕਲੀ ਪੋਪੂਲੇਟਡ ਲੋਕੇਸ਼ਨ। ਮਤਲਬ ਹੁਣ ਬਹੁਤ ਜ਼ਿਆਦਾ ਪੋਪੂਲੇਸ਼ਨ, ਬਹੁਤ ਏਰੀਆ ਮਤਲਬ ਕੰਜਸਟਡ ਹੈਗਾ ਆ, ਆਪਾਂ ਕੋ ਹੋਰ ਆਪਾਂ ਉੱਥੇ ਇੰਡੋਰ ਸਬਸਟੇਸ਼ਨ ਨਹੀਂ ਬਣਾ ਸਕਦੇ, ਤਾਂ ਉੱਥੇ ਕਹਿੰਦਾ ਆਪਾਂ ਇਹ ਯੂਜ਼ ਕਰ ਸਕਦੇ ਹੈਗੇ ਆ। देयर मेंटेनेंस कॉस्ट इज लो एंड बाय यूजिंग ए लार्ज नंबर ऑफ सबस्टेशन इन ए टाउन इट इज़ डिज़ायरेबल टू ले द डिस्ट्रीब्यूटर एट लो कॉस्ट। ਹੁਣ ਕਿਉਂਕਿ ਇਹ ਪੋਲ ਮਾਊਂਟਡ ਸਬਸਟੇਸ਼ਨ ਆਪਾਂ ਜਿੱਥੇ ਰਿਕੁਆਇਰਮੈਂਟ ਆ, ਜਿੱਥੇ ਕੰਜ਼ਿਊਮਰ ਦੀ ਜ਼ਿਆਦਾ ਡਿਮਾਂਡ ਹੈਗੀ ਆ ਜਾਂ ਉਹਨਾਂ ਦੀ ਵੋਲਟੇਜ ਫਲਕਚੁਏਟ ਕਰਦੀ ਆ, ਤਾਂ ਆਪਾਂ ਉਸ ਜਗ੍ਹਾ 'ਤੇ ਜਿਹੜਾ ਇਹ ਸਬਸਟੇਸ਼ਨ ਜਿਹੜਾ ਪੋਲ ਮਾਊਂਟਡ ਸਬਸਟੇਸ਼ਨ ਜਿਹੜਾ ਇਰੈਕਟ ਕਰ ਦਿੰਦੇ ਆ। ਪਰਟੀਕੂਲਰ ਮਤਲਬ ਕਹਿ ਲਓ ਸੈਂਟਰ ਆਫ ਦਾ ਲੋਡ ਪੁਆਇੰਟ ਦੇ ਉੱਤੇ ਆਪਾਂ ਇਹਨੂੰ ਸਟੈਬਲਿਸ਼ ਕਰ ਸਕਦੇ ਹੈਗੇ ਹਾਂ। ਬਟ ਵੈਨ ਦਾ ਨੰਬਰ ਆਫ ਟਰਾਂਸਫਾਰਮਰਸ ਇਜ਼ ਇਨਕਰੀਜ਼ਿੰਗ ਕਾਸਟ ਟੋਟਲ KVA ਇਜ਼ ਇਨਕਰੀਜ਼ਡ ਨੋ ਲੋਡ ਲਾਸਿਸ ਇਜ਼ ਇਨਕਰੀਜ਼ਿਜ਼ ਐਂਡ ਕਾਸਟ ਆਫ KVA ਇਨਕਰੀਜ਼। ਮਤਲਬ ਕਹਿੰਦਾ ਪਰ ਜੇ ਕਹਿੰਦੇ ਆਪਾਂ ਬਹੁਤ ਜ਼ਿਆਦਾ ਟਰਾਂਸਫਾਰਮਰਸ ਲਗਾ ਕੇ ਇੱਦਾਂ ਆਪਾਂ ਸਬਸਟੇਸ਼ਨ ਬਣਾ ਦਈਏ ਤਾਂ KVA ਵੀ ਦੀ ਵੈਲਿਊ ਵੱਧ ਜੂਗੀ। ਉਹਦੇ ਨਾਲ ਕੀ ਹੋਊਗਾ, ਨੋ ਲੋਡ ਲਾਸਿਸ ਵੱਧ ਜਾਣਗੇ ਤਾਂ KVA ਕਾਸਟ ਵੀ ਜਿਹੜੀ ਆ ਉਹ ਟਰਾਂਸਫਾਰਮਰ ਦੀ ਵੱਧ ਜੂਗੀ। ਇਸ ਤਰ੍ਹਾਂ ਇਹ ਆਪਾਂ ਲਿਮਟਿਡ ਫਾਰਮ ਦੇ ਵਿੱਚ ਹੀ ਯੂਜ਼ ਕਰਦੇ ਹੈਗੇ ਹਾਂ। ਹੁਣ ਹੈ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ। ਇਹਦੇ ਵਿੱਚ ਕੀ ਕਹਿੰਦਾ ਦੇਖੋ, ਇਨ ਫਾਊਂਡੇਸ਼ਨ ਮਾਊਂਟਡ ਸਬਸਟੇਸ਼ਨ ਆਲ ਦਾ ਇਕਵਿਪਮੈਂਟ ਆਰ ਅਸੈਂਬਲਡ ਐਂਡ ਸਬਸਟੇਸ਼ਨ ਆਰ ਐम्बेडेड ਬਾय ਦਾ ਫੈਂਸ ਫॉर ਸੇਫਟੀ ਪਰਪਜ਼। ਮਤਲਬ ਆਪਾਂ ਇੰਡੋਰ ਬਣਾ ਦਿੰਦੇ ਹਾਂ, ਫਾਊਂਡੇਸ਼ਨ ਬਣਾ ਕੇ ਆਲੇ ਦੁਆਲੇ ਫੈਂਸ ਲਗਾ ਕੇ ਆਪਾਂ ਜਿੱਦਾਂ ਪੋਲ ਦੇ ਉੱਤੇ ਨਹੀਂ ਲਗਾਉਂਦੇ, ਪੋਲ ਦੀ ਜਗ੍ਹਾ 'ਤੇ ਇੱਕ ਥੱਲੇ ਫਾਊਂਡੇਸ਼ਨ ਬਣਾ ਕੇ ਉਹਦੇ 'ਤੇ ਸਾਰਾ ਸਮਾਨ ਜਿਹੜਾ ਫਿੱਟ ਕਰ ਦਿੰਦੇ ਹਾਂ। The equipment required for such type of substation are heavy and hence the site selected for such type of substation
may have a good path for heavy transport. Foundation mounted outdoor substation is shown in figure. ਮਤਲਬ ਕਹਿੰਦਾ ਕਿਉਂਕਿ ਇਕਵਿਪਮੈਂਟ ਭਾਰੀ ਹੁੰਦਾ ਆ, ਆਪਾਂ ਜਿੱਥੇ ਵੀ ਇਹ ਸਬਸਟੇਸ਼ਨ ਬਣਾਉਣਾ ਉੱਥੇ ਤੱਕ ਪਹੁੰਚਾਉਣ ਲਈ ਸਾਨੂੰ ਟਰਾਂਸਫਾਰਮਰ ਵਗੈਰਾ ਜਾਂ ਹੋਰ ਹੈਵੀ ਮਸ਼ੀਨਰੀ ਜੋ ਵੀ ਲੈ ਕੇ ਜਾਣੀ ਆ ਉਹਦੀ ਟਰਾਂਸਪੋਰਟੇਸ਼ਨ ਜਿਹੜੀ ਅਵੇਲੇਬਲ ਹੋਣੀ ਚਾਹੀਦੀ ਹੈਗੀ ਆ। ਅਤੇ ਕਹਿੰਦਾ ਅਗਲੀ ਡਾਇਗਰਾਮ ਦੇਖਦੇ ਹੁਣ ਦੇਖੋ ਇਹ ਇੱਕ ਡਾਇਗਰਾਮ ਆ, ਟਿਪੀਕਲ ਡਾਇਗਰਾਮ ਹੈਗੀ ਆ ਫਾਊਂਡੇਸ਼ਨ ਟਾਈਪ ਸਬਸਟੇਸ਼ਨ ਦੀ। ਇਹਦੇ ਵਿੱਚ ਟਰਾਂਸਫਾਰਮਰਸ ਵਗੈਰਾ ਜੋ ਆ ਸਾਰਾ ਇਕਵਿਪਮੈਂਟ ਜਿਹੜਾ ਉਹ ਬਾਰ ਆਪਾਂ ਲਗਾਇਆ ਦਿਖਾਇਆ। ਸਿਰਫ ਕੰਟਰੋਲ ਜਿਹੜਾ ਆ ਉਹ ਕੰਟਰੋਲ ਇੱਕ ਰੂਮ ਦੇ ਵਿੱਚ ਕੀਤਾ ਹੈ, ਬਾਕੀ ਫਾਊਂਡੇਸ਼ਨ ਦੇ ਉੱਤੇ ਸਾਰੀ ਫਿਟਿੰਗ ਜਿਹੜੀ ਆ ਉਹ ਕੀਤੀ ਹੈ। ਐਂਡ ਦਿਸ ਇਜ਼ ਕਾਲਡ ਫਾਊਂਡੇਸ਼ਨ ਟਾਈਪ ਸਬਸਟੇਸ਼ਨਸ। ਹੁਣ ਦੇਖੋ ਟੌਪਿਕ ਹੈ ਐਡਵਾਂਟੇਜ ਐਂਡ ਡਿਸਐਡਵਾਂਟੇਜ ਆਫ ਆਊਟਡੋਰ ਸਬਸਟੇਸ਼ਨ। ਕੋਈ ਵੀ ਚੀਜ਼ ਹੈ ਉਹਦੀਆਂ ਕੁਛ ਐਡਵਾਂਟੇਜ ਵੀ ਹੁੰਦੀਆਂ ਅਤੇ ਕੁਛ ਡਿਸਐਡਵਾਂਟੇਜ ਵੀ ਹੁੰਦੀਆਂ। ਹੁਣ ਪੋਲ ਮਾਊਂਟਡ ਤੋਂ ਜਿਹੜੀਆਂ ਆਪਾਂ ਇਨਡੋਰ ਸਬਸਟੇਸ਼ਨ ਤੋਂ ਇਹਦੀ ਆਊਟਡੋਰ ਸਬਸਟੇਸ਼ਨ ਦੀ ਐਡਵਾਂਟੇਜ ਕੀ ਹੈ ਅਤੇ ਡਿਸਐਡਵਾਂਟੇਜ ਕੀ ਹੈ ਉਹ ਆਪਾਂ ਡਿਸਕਸ ਕਰਦੇ ਹਾਂ। ਕਹਿੰਦਾ ਆਊਟਡੋਰ ਸਬਸਟੇਸ਼ਨ ਹੈਵ ਦਾ ਫੋਲੋਇੰਗ ਮੇਨ ਐਡਵਾਂਟੇਜਿਸ ਕੀ ਆ। ਆਲ ਦਾ ਇਕਵਿਪਮੈਂਟ in the outdoor substation is within view and therefore fault location is here। ਮਤਲਬ ਜਿਹੜਾ ਇੰਡੋਰ ਸਬਸਟੇਸ਼ਨ ਆ ਉਹਦੇ ਨਾਲੋਂ ਕਹਿੰਦਾ ਆਊਟਡੋਰ ਸਬਸਟੇਸ਼ਨ ਜਿਹੜਾ ਆ ਉਹਦਾ ਵਿਊ ਜਿਹੜਾ ਸਾਰਾ ਆਲੇ ਦੁਆਲੇ ਦਿਖਦਾ, ਆਪਾਂ ਘੁੰਮ ਫਿਰ ਕੇ ਦੇਖ ਸਕਦੇ ਹਾਂ ਅਤੇ ਉਹਦੇ ਲਈ ਫਾਲਟ ਲੱਭਣਾ ਜਿਹੜਾ ਸਾਨੂੰ ਸੌਖਾ ਰਹਿੰਦਾ ਹੈਗਾ। ਕਹਿੰਦਾ ਦਾ ਐਕਸਪੈਂਸ਼ਨ ਆਫ ਦਾ ਇੰਸਟਾਲੇਸ਼ਨ ਇਜ਼ ਈਜ਼ੀਅਰ ਇਨ ਦਾ ਆਊਟਡੋਰ। ਅਗਰ ਆਪਾਂ ਐਕਸਪੈਂਡ ਕਰਨਾ ਹੋਵੇ ਆਪਾਂ ਪਹਿਲਾਂ ਥੋੜ੍ਹੀ ਜ਼ਮੀਨ ਵਾਧੂ ਲੈ ਕੇ ਰੱਖਦੇ ਹਾਂ ਤਾਂ ਕਿ ਕੱਲ੍ਹ ਨੂੰ ਸਾਨੂੰ ਐਕਸਪੈਂਡ ਕਰਨਾ ਪਵੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ। ਆਪਾਂ ਫਾਊਂਡੇਸ਼ਨ ਬਣਾਵਾਂਗੇ ਉੱਥੇ ਟਰਾਂਸਫਾਰਮਰ ਰੱਖ ਕੇ ਉਹਨੂੰ ਐਕਸਪੈਂਡ ਕਰ ਸਕਦੇ ਹਾਂ, ਜਿਹੜਾ ਕਿ ਇੰਡੋਰ 'ਚ ਥੋੜ੍ਹਾ ਔਖਾ ਹੁੰਦਾ ਹੈਗਾ। ਟਾਈਮ ਰਿਕੁਆਇਰਸ ਫॉर ਦਾ ਕੰਸਟਰਕਸ਼ਨ ਆਫ ਸੱਚ ਸਬਸਟੇਸ਼ਨ ਇਜ਼ ਲੈਸਰ। ਹੁਣ ਇਹਦੇ 'ਚ ਕੋਈ ਛੱਤ ਨਹੀਂ ਪਾਉਣੀ, ਕੋਈ ਲੈਂਟਰ ਨਹੀਂ ਪੈਣਾ, ਕੋਈ ਬਿਲਡਿੰਗ ਨਹੀਂ ਬਣਨੀ। ਆਪਾਂ ਇੱਕ ਯਾਰਡ ਬਣਾ ਕੇ ਖੁੱਲ੍ਹਾ ਉਹਦੇ 'ਚ ਸਿਰਫ ਫਾਊਂਡੇਸ਼ਨ ਬਣਾਉਣੀ ਆ, ਫਾਊਂਡੇਸ਼ਨ ਬਣਾ ਕੇ ਉਹਦੇ ਟਰਾਂਸਫਾਰਮਰ ਰੱਖ ਦੇਣਾ। ਇਸ ਕਰਕੇ ਜਿਹੜਾ ਈਜ਼ੀ ਟਾਈਮ ਜਿਹੜਾ ਘੱਟ ਲੱਗਦਾ ਹੈਗਾ, ਈਜ਼ੀ ਕੰਸਟਰਕਸ਼ਨ ਜਿਹੜੀ ਹੋ ਜਾਂਦੀ ਹੈਗੀ ਆ। ਕਹਿੰਦਾ ਦਾ ਸਮਾਲਰ ਅਮਾਊਂਟ ਆਫ ਬਿਲਡਿੰਗ ਮਟੀਰੀਅਲ ਲਾਈਕ ਸਟੀਲ, ਮਤਲਬ ਅਮਾਊਂਟ ਬਿਲਡਿੰਗ ਮਟੀਰੀਅਲ ਵੀ ਘੱਟ ਲੱਗਦਾ ਹੈਗਾ। ਕੋਈ ਬਿਲਡਿੰਗ ਨਹੀਂ ਬਣਾਉਣੀ ਤਾਂ ਨੈਚੁਰਲ ਮਟੀਰੀਅਲ ਘੱਟ ਲੱਗੇਗਾ। ਕੰਸਟਰਕਸ਼ਨ ਵਰਕ ਰਿਕੁਆਇਰਡ ਇਜ਼ ਕੰਪੈਰੇਟਿਵਲੀ ਲੈਸ। ਕੰਸਟਰਕਸ਼ਨ ਵਰਕ ਨੈਚੁਰਲ ਪਲੀ ਵਾਲੀ ਗੱਲ ਵੀ, ਕੰਸਟਰਕਸ਼ਨ ਜਦ ਮਟੀਰੀਅਲ ਘੱਟ ਹੈ ਤਾਂ ਕੰਸਟਰਕਸ਼ਨ ਵੀ ਘੱਟ ਹੈ, ਤਾਂ ਮਟੀਰੀਅਲ ਵੀ ਘੱਟ ਲੱਗੂਗਾ, ਅਤੇ ਕੰਸਟਰਕਸ਼ਨ ਦੀ ਕੋਸਟ ਵੀ ਘੱਟ ਆ ਜਾਊਗੀ। ਉਸ ਤੋਂ ਬਾਅਦ ਕਹਿੰਦਾ ਰਿਪੇਅਰਿੰਗ ਵਰਕ ਇਜ਼ ਈਜ਼ੀ। ਰਿਪੇਅਰ ਕਰਨੀ ਸੌਖੀ ਆ। ਬੰਦਾ ਆਲੇ ਦੁਆਲੇ ਆਪਾਂ ਘੁੰਮ ਕੇ, ਜਗ੍ਹਾ ਖੁੱਲ੍ਹੀ ਆ, ਆਪਾਂ ਯਾਰਡ ਦੇ ਵਿੱਚ ਘੁੰਮ ਕੇ ਰਿਪੇਅਰ ਕਰ ਸਕਦੇ ਹਾਂ, ਜਿਹੜੀ ਕਿ ਇੰਡੋਰ ਦੇ ਵਿੱਚ ਥੋੜ੍ਹੀ ਟਿਪੀਕਲ ਹੋ ਜਾਂਦੀ ਹੈ ਕਿਉਂਕਿ ਜਗ੍ਹਾ ਘੱਟ ਹੋਣ ਕਰਕੇ ਸਾਨੂੰ ਰਿਪੇਅਰ ਕਰਨੀ ਥੋੜ੍ਹੀ ਔਖੀ ਹੁੰਦੀ ਆ। ਡਿਸਐਡਵਾਂਟੇਜ ਕੀ ਆ। ਕਹਿੰਦਾ ਮੋਰ ਸਪੇਸ ਇਜ਼ ਰਿਕੁਆਇਰਡ। ਨੈਚੁਰਲ ਆ, ਹੁਣ ਖੁੱਲ੍ਹੀ ਜਗ੍ਹਾ ਦੇਖ ਕੇ ਆਪਾਂ ਖੁੱਲ੍ਹਾ ਬਣਾਉਂਦੇ ਹਾਂ ਅਤੇ ਸਾਨੂੰ ਸਪੇਸ ਵੀ ਜ਼ਿਆਦਾ ਚਾਹੀਦੀ ਆ। ਪ੍ਰੋਟੈਕਸ਼ਨ ਡਿਵਾਈਸਿਸ ਆਰ ਰਿਕੁਆਇਰਡ ਟੂ ਇੰਸਟਾਲਡ ਫॉर ਦਾ ਪ੍ਰੋਟੈਕਸ਼ਨ ਅਗੇਂਸਟ ਲਾਈਟਨਿੰਗ ਸਰਜਿਸ। ਹੁਣ ਓਪਨ ਦੇ ਵਿੱਚ ਪਿਆ ਸਾਡਾ ਸਾਰਾ ਇਕਵਿਪਮੈਂਟ, ਟਰਾਂਸਫਾਰਮਰਸ ਵਗੈਰਾ ਸਾਰਾ ਜੋ ਹੈ, ਅਤੇ ਉਹਦੇ ਕਰਕੇ ਸਾਨੂੰ ਕਹਿੰਦਾ ਲਾਈਟਨਿੰਗ ਰੈਸਟਰਸ ਜਿਹੜੇ ਸਟਰੋਂਗ ਲਗਾਉਣੇ ਪੈਂਦੇ ਆ ਜਾਂ ਲਗਾਉਣੇ ਪੈਂਦੇ ਵਧੀਆ। ਕਹਿੰਦਾ ਲੈਂਥ ਆਫ ਦਾ ਕੰਟਰੋਲ ਕੇਬਲਸ ਇਨਕਰੀਜ਼ਿਜ਼ ਵਿਚ ਇਨਕਰੀਜ਼ ਦਾ ਕੋਸਟ ਆਫ ਸਬਸਟੇਸ਼ਨ। ਹੁਣ ਆਪਾਂ ਯਾਰਡ ਦੇ ਵਿੱਚ ਮੰਨ ਲਓ ਟਰਾਂਸਫਾਰਮਰ ਬਾਹਰ ਰੱਖਿਆ ਅਗਰ ਤਾਂ ਆਪਾਂ ਉਹਦਾ ਕੰਟਰੋਲ ਅੰਦਰ ਕਰਨਾ ਹੈ ਤਾਂ ਸਾਨੂੰ ਉਹਦੇ ਲਈ ਜਿਹੜਾ ਕਹਿੰਦਾ ਖਰਚਾ ਵੱਧ ਜਾਂਦਾ ਹੈਗਾ। ਮਤਲਬ ਬਾਹਰੋਂ ਸਪਲਾਈ ਜਿਹੜੀ ਆ ਕੰਟਰੋਲ ਪੈਨਲਸ ਤੱਕ ਲੈ ਕੇ ਆਉਣ ਲਈ ਉਹ ਜਿਹੜੀ ਕੇਬਲਸ ਦੇ ਖਰਚੇ ਜਿਹੜੇ ਉਹ ਵੱਧ ਜਾਂਦੇ ਆ। ਇਕਵਿਪਮੈਂਟ ਡਿਜ਼ਾਈਨ ਫॉर ਆਊਟਡੋਰ ਸਬਸਟੇਸ਼ਨ ਆਰ ਮੋਰ ਕਾਸਟਲੀ ਬਿਕੋਜ਼ ਆਊਟਡੋਰ ਸਬਸਟੇਸ਼ਨ ਇਕਵਿਪਮੈਂਟ ਰਿਕੁਆਇਰਡ ਐਡੀਸ਼ਨਲ ਪ੍ਰੋਟੈਕਸ਼ਨ ਫਰੋਮ ਦਾ ਡਰਟ ਐਂਡ ਡਸਟ। ਹੁਣ ਡਰਟ ਅਤੇ ਡਸਟ ਜਿਹੜੀ ਮਤਲਬ ਧੂੜ ਮਿੱਟੀ ਘੱਟੇ ਤੋਂ ਸਾਨੂੰ ਐਡੀਸ਼ਨਲ ਪ੍ਰੋਟੈਕਸ਼ਨ ਦੇਣੀ ਪੈਂਦੀ ਆ। ਉਸ ਕਰਕੇ ਜਿਹੜੇ ਇਕਵਿਪਮੈਂਟ ਆ ਥੋੜ੍ਹੇ ਜਿਹੇ ਕੋਸਟਲੀ ਪੈਂਦੇ ਆ ਜਾਂ ਇਹਨਾਂ ਦੀ ਮੇਨਟੇਨੈਂਸ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ। ਇਸ ਤਰ੍ਹਾਂ ਕੁਛ ਐਡਵਾਂਟੇਜ ਨੇ, ਕੁਛ ਡਿਸਐਡਵਾਂਟੇਜ ਨੇ, ਪਰ ਫਿਰ ਵੀ ਇਹਨਾਂ ਦੀ ਐਡਵਾਂਟੇਜ ਡਿਸਐਡਵਾਂਟੇਜ ਦੇਖਦੇ ਹਾਂ ਜ਼ਿਆਦਾਤਰ ਆਪਾਂ ਜਿਹੜੇ ਆ ਆਊਟਡੋਰ ਸਬਸਟੇਸ਼ਨ ਹੀ ਲਗਾਉਂਦੇ ਹੈਗੇ ਆ।